ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਜਿੱਥੇ ਪੂਰੀ ਦੁਨੀਆ 'ਚ ਕੀਤਾ ਜਾ ਰਿਹਾ ਹੈ, ਉੱਥੇ ਹੀ ਬੀਜੇਪੀ ਆਗੂਆਂ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਸਹੀ ਠਹਿਰਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ 'ਚ ਅੱਜ ਬੀਜੇਪੀ ਆਗੂ ਅਤੇ ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ ਖੇਤੀ ਕਾਨੂੰਨਾਂ ਦੇ ਹੱਕ 'ਚ ਬੋਲਦੇ ਹੋਏ ਦਿਖਾਈ ਦਿੱਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਬਣਾਏ ਗਏ ਹਨ। ਇਨ੍ਹਾਂ ਕਾਨੂੰਨਾਂ ਵਿੱਚ ਕੋਈ ਵੀ ਨਵਾਂ ਕਾਨੂੰਨ ਨਹੀਂ ਲਿਆਂਦਾ ਗਿਆ, ਸਗੋਂ ਪੁਰਾਣੇ ਕਾਨੂੰਨਾਂ ਨੂੰ ਹੀ ਸੁਧਾਰਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਕਾਂਗਰਸ ਵੱਲੋਂ 2019 ਦੇ ਮੈਨੀਫੈਸਟੋ ਵਿੱਚ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕੀਤਾ ਗਿਆ ਸੀ, ਜਦੋਂ ਕਿ ਹੁਣ ਕਾਂਗਰਸ ਦੀ ਸਰਕਾਰ ਵੱਲੋਂ ਇਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਖੇਤੀ ਕਾਨੂੰਨਾਂ ਦਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਖੇਤੀ ਮੰਤਰੀ ਸ਼ਰਦ ਪਵਾਰ ਵੀ ਸਮਰਥਨ ਕਰ ਰਹੇ ਸਨ। ਜਦ ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਨਮੋਹਨ ਸਿੰਘ ਨੂੰ ਸੰਬੋਧਿਤ ਕਰਕੇ ਸੰਸਦ ਵਿੱਚ ਕਹੀ ਗਈ ਤਾਂ ਉਸ ਸਮੇਂ ਕੋਈ ਵੀ ਕਾਂਗਰਸੀ ਆਗੂ ਕਿਉਂ ਇਸ ਦੇ ਖਿਲਾਫ ਨਹੀਂ ਬੋਲਿਆ। ऑनरेबल मेरे प्रेस दे दोस्तों, मेरे नाल सुरेश महाजन जी जिहड़े प्रेजिडेंट ने बीजेपी दे ਉਹ उपस्थित ने, उन्हां दे नाल साडे प्रदेश कार्यकारिणी दे सदस्य श्री रजिंदर महाजन पप्पू जी, साडे शहर दे वाइस प्रेजिडेंट डॉक्टर हरविंदर संधू जी, उन्हां दे नाल साडे साबका जॉइंट सैकटरी पंजाब बीजेपी सरवन नैयर जी, साडे युवा मोर्चा ਅੰਮ੍ਰਿਤਸਰ ਦੇ ਅਧਿਕਸ਼ ਜਿਹੜੇ ਨੇ ਉਹ ਗੌਤਮ ਅਰੋੜਾ ਜੀ, ਸਾਡੇ ਇਸ ਮੰਡਲ ਦੇ ਅਧਿਕਸ਼ ਮੋਨੂ ਮਹਾਜਨ ਜੀ ਔਰ ਆਸ਼ੀਸ਼ ਜੀ, ਕਪਿਲ ਜੀ ਸਾਡੇ ਜਿਹੜੇ ਮੰਡਲ ਦੇ ਅਧਿਕਸ਼ ਔਰ ਪੂਰਵ ਪ੍ਰਦੇਸ਼ ਕਾਰਜਕਾਰਨੀ ਸਦस्य ਨੇ ਉਹ ਵੀ ਉਪਸਥਿਤ ਨੇ। ਸੋ ਪ੍ਰੈਸ ਦੇ ਬੰਧੂਆਂ ਦਾ ਮੈਂ ਬਹੁਤ ਸਵਾਗਤ ਕਰਨਾ ਕਿ ਅੱਜ ਬੜੇ ਸ਼ਾਰਟ ਨੋਟਿਸ ਦੇ ਉੱਤੇ ਅੱਜ ਤੁਸੀਂ ਸਾਰੇ ਬੜੀ ਵੱਡੀ ਗਿਣਤੀ ਦੇ ਵਿੱਚ ਉਪਸਥਿਤ ਹੋਏ ਹੋ। ਮੈਂ ਹਮੇਸ਼ਾ ਤੁਹਾਡਾ ਆਭਾਰੀ ਹਾਂ ਕਿ ਤੁਸੀਂ ਮੇਰੀ ਪ੍ਰੈਸ ਕਾਨਫਰੰਸ ਦੇ ਵਿੱਚ ਹਮੇਸ਼ਾ ਆਉਂਦੇ ਹੋ। ਸੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਤਲਬ ਹੈ ਇੱਕ ਯੁਗ ਪੁਰਸ਼, ਇੱਕ ਤਪਸਵੀ, ਇੱਕ ਓਜਸਵੀ, ਯਸ਼ਸਵੀ, ਮੈਂ ਜਿੰਨੇ ਵਰਡ ਲਵਾਂ ਉਹ ਘੱਟ ਨੇ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਪਾਰਲੀਮੈਂਟ ਤੇ ਮੱਥਾ ਟੇਕਦੇ ਹੋਏ ਇਹ ਵਚਨ ਦਿੱਤਾ ਸੀਗਾ ਕਿ ਮੈਂ ਇਸ ਸੰਵਿਧਾਨ ਦਾ ਮੰਦਰ ਦੀ ਕਸਮ ਖਾ ਕੇ ਕਹਿਣਾ, ਨਾ ਭ੍ਰਿਸ਼ਟਾਚਾਰ ਕਰਾਂਗਾ, ਨਾ ਭ੍ਰਿਸ਼ਟਾਚਾਰ ਕਰਨ ਦਿਆਂਗਾ ਔਰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਿਆਂਗਾ। ਨਰਿੰਦਰ ਮੋਦੀ ਜੀ ਨੇ ਔਰ ਉਹਨਾਂ ਦੀ ਸਰਕਾਰ ਨੇ ਬਹੁਤ ਐਸੇ, ਕਿਉਂਕਿ ਯੂਪੀਏ ਦਾ ਜਿਹੜਾ ਕਾਂਗਰਸ ਦਾ ਕੁਸ਼ਾਸਨ ਸੀ ਉਹ ਲੋਕਾਂ ਦਾ ਮਤ ਉਸ ਤੋਂ ਵਿਪਰੀਤ ਇਸ ਕਰਕੇ ਗਿਆ ਕਿ ਦਸ਼ਕਾਂ ਦੇ ਬਾਅਦ ਪੂਰਨ ਬਹੁਮਤ ਦੀ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਜੀ ਦੇ ਨੇਤਰਤਵ ਵਿੱਚ ਸਰਕਾਰ ਬਣੀ। ਉਹਦਾ ਕਾਰਨ ਕੀ ਸੀ ਕਿ ਇੰਨੇ ਘੁਟਾਲੇ ਹੋਏ, ਇੰਨਾ ਭ੍ਰਿਸ਼ਟਾਚਾਰ ਹੋਇਆ ਕਿ ਜਨਤਾ ਕਾਂਗਰਸ ਦੇ ਰਾਜ ਵਿੱਚ ਕਿ ਜਨਤਾ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਔਰ ਉਸ ਤੋਂ ਬਾਅਦ ਜਨਤਾ ਤਰਾਹੀ ਕਰ ਰਹੀ ਸੀਗੀ। 12 ਲੱਖ ਕਰੋੜ ਤੋਂ ਵੱਧ ਦੇ ਘੁਟਾਲੇ ਕਾਂਗਰਸ ਕੁਸ਼ਾਸਨ ਦੇ ਵਿੱਚ ਜਿਹੜੇ ਉਹ ਚੱਲਦੇ ਰਹੇ ਔਰ ਜਨਤਾ ਨੇ ਮਨ ਬਣਾ ਕੇ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਜਿਹੜਾ ਹੈ ਉਹ ਸਥਾਪਿਤ ਕੀਤਾ ਔਰ ਪੂਰਨ ਬਹੁਮਤ ਨਾਲ ਇਹ ਸਰਕਾਰ ਬਣੀ ਔਰ ਉਪਰਾਲੇ ਤੁਰੰਤ ਕੀਤੇ, ਕਿਉਂਕਿ ਮੋਦੀ ਜੀ ਕਥਨੀ ਤੇ ਕਰਨੀ ਦੇ ਇੱਕ ਨੇ। ਉਹਨਾਂ ਨੇ ਜੋ ਕਥਨੀ ਕੀਤੀ ਸੀਗੀ ਉਹੀ ਕਰਨੀ ਉਹਨਾਂ ਦੀ ਰਹੀ ਕਿ ਉਹਨਾਂ ਨੇ ਭ੍ਰਿਸ਼ਟਾਚਾਰ ਨੂੰ ਜੜੋਂ ਉਖਾੜਨ ਦੇ ਲਈ ਕਈ ਸਟੈਪ ਕੀਤੇ, ਜਿਹਦੇ ਸਭ ਤੋਂ ਪਹਿਲਾ ਸਟੈਪ ਸੀਗਾ ਜਨ ਧਨ ਯੋਜਨਾ। ਕਾਂਗਰਸ ਦੇ ਪੂਰਵ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਨੇ ਇਹ ਮੰਨਿਆ ਸੀ ਕਿ ਜੇ 1 ਰੁਪਇਆ ਅਸੀਂ ਭੇਜਦੇ ਹਾਂ ਤਾਂ 85 ਪੈਸੇ ਦਲਾਲ ਖਾ ਜਾਂਦੇ ਨੇ, ਪਰ ਉਹਨਾਂ ਵਿੱਚ ਉਹ ਮਨੋਸ਼ਕਤੀ ਜਾਂ ਉਹ ਜਿਹਨੂੰ ਕਹਿ ਸਕਦੇ ਹਾਂ ਕੌਨਫੀਡੈਂਸ ਨਹੀਂ ਸੀ ਕਿ ਉਹਦਾ ਨਿਵਾਰਨ ਕਰ ਸਕਣ, ਉਹਨੂੰ ਖਾਤਮਾ ਕਰ ਸਕਣ। ਉਹ ਖਾਤਮਾ ਕਿਹਨੇ ਕੀਤਾ? ਉਹ ਖਾਤਮਾ ਕੀਤਾ ਨਰਿੰਦਰ ਮੋਦੀ ਜੀ ਨੇ। ਜਨ ਧਨ ਯੋਜਨਾ ਵਿੱਚ ਉਹਨਾਂ ਨੇ 32 ਕਰੋੜ ਖਾਤੇ ਜਿਹੜੇ ਨੇ ਉਹ ਆਮ ਆਦਮੀ ਦੇ ਖੋਲ੍ਹਤੇ। ਰਿਕਸ਼ੇ ਵਾਲੇ ਦਾ ਵੀ ਖਾਤਾ ਖੁੱਲ੍ਹਿਆ, ਰੇਹੜੀ ਵਾਲੇ ਦਾ ਵੀ ਖਾਤਾ ਖੁੱਲ੍ਹਿਆ, ਫੜੀ ਵਾਲੇ ਦਾ ਵੀ ਖਾਤਾ ਖੁੱਲ੍ਹਿਆ ਔਰ ਲਗਭਗ 33 ਕਰੋੜ ਤੋਂ ਵੱਧ ਖਾਤੇ ਖੁੱਲ੍ਹੇ। ਹੁਣ ਕੋਈ ਦਲਾਲ 85 ਪੈਸੇ ਦਲਾਲੀ ਨਹੀਂ ਖਾਂਦਾ, ਸਾਰੇ ਪੈਸੇ ਜਿਹੜੇ ਨੇ ਉਹ ਜਿਹੜਾ ਪ੍ਰਾਰਥੀ ਹੈ, ਲਾਭ ਪ੍ਰਾਰਥੀ, ਉਹਦੇ ਅਕਾਊਂਟ ਹੀ ਜਾਂਦੇ ਨੇ। ਉਸ ਤੋਂ ਬਾਅਦ GST ਦਾ ਜਿਹੜਾ ਇੱਕ ਮਹੱਤਵਪੂਰਨ ਨਿਰਣੇ ਸੀ, ਜਿਹਦੇ ਵਿੱਚ ਸਵਰਗੀ ਅਰੁਣ ਜੇਤਲੀ ਜੀ ਦਾ ਵੀ ਬੜਾ ਵੱਡਾ ਹੱਥ ਸੀਗਾ ਕਿ GST ਨਾਲ ਸਾਰੇ ਭ੍ਰਿਸ਼ਟਾਚਾਰ ਦਾ ਨਿਵਾਰਨ ਕੀਤਾ। 1 ਨੇਸ਼ਨ 1 ਟੈਕਸ,
ਉਸ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਉੱਤੇ ਚੋਟ ਕੀਤੀ ਔਰ ਉਹ ਚੋਟ ਸੀਗੀ ਜਿਹੜੀ ਬੇਨਾਮੀ ਪ੍ਰਾਪਰਟੀ ਦੀ, ਕਿ ਲੋਕ ਆਪਣਾ ਕਾਲਾ ਧਨ ਬੇਨਾਮੀ ਪ੍ਰਾਪਰਟੀ ਦੇ ਵਿੱਚ ਲਾ ਦਿੰਦੇ ਸੀਗੇ। ਸੋ ਉਹ ਕਾਲਾ ਧਨ ਜਿਹੜਾ ਹੈ ਉਹਨੂੰ ਰੋਕਣ ਦੇ ਲਈ ਬੇਨਾਮੀ ਪ੍ਰਾਪਰਟੀ ਐਕਟ ਹੋਇਆ ਕਿ ਉਹਦੇ ਵਿੱਚ ਪ੍ਰੋਪਰ ਚੈਕਿੰਗ ਹੋਈ ਕਿ ਜੇ ਤੁਹਾਡੇ ਨਾਂ 'ਤੇ ਪ੍ਰਾਪਰਟੀ ਨਹੀਂ ਹੈ ਤਾਂ ਉਹਨੂੰ ਸਰਕਾਰ ਜਿਹੜੀ ਹੈ ਉਹ ਜ਼ਬਤ ਕਰ ਲਏਗੀ। ਨੋਟਬੰਦੀ ਵੀ ਇੱਕ ਉਪਰਾਲਾ ਸੀ ਜਿਹਦੇ ਨਾਲ ਭ੍ਰਿਸ਼ਟਾਚਾਰ 'ਤੇ ਨਕੇਲ ਆਈ। ਸੋ ਹਰ ਵਿਭਾਗ ਜਿਹੜਾ ਹੈ ਉਹਦੇ ਵਿੱਚ ਭ੍ਰਿਸ਼ਟਾਚਾਰ ਤੋਂ ਨਿਵਾਰਨ ਦੇ, ਭ੍ਰਿਸ਼ਟਾਚਾਰ ਤੋਂ ਬਚਾਅ ਦੇ, ਭ੍ਰਿਸ਼ਟਾਚਾਰ ਦੇ ਖਾਤਮੇ ਦੇ ਸਟੈਪ ਲਿੱਤੇ ਗਏ। ਸੋ ਇਸੇ ਤਰ੍ਹਾਂ ਇੱਕ ਪਾਸਪੋਰਟ ਕਾਰਿਆਲੇ ਹੈ ਕਿ ਪਾਸਪੋਰਟ ਦੇ ਮੈਂ ਦਿਨ ਤੁਹਾਨੂੰ ਯਾਦ ਕਰਾਵਾਂਗਾ ਕਿ ਉਹ ਦਿਨ ਐਸੇ ਪਾਸਪੋਰਟ ਦੇ ਹੁੰਦੇ ਸੀ, ਇੱਕ ਸਾਲ ਤੱਕ ਪਾਸਪੋਰਟ ਨਹੀਂ ਸੀ ਮਿਲਦਾ ਔਰ ਲਗਾਤਾਰ ਪਾਸਪੋਰਟ ਦਿਵਾਉਣ ਦੇ ਦਲਾਲ ਹੁੰਦੇ ਸੀ ਜਿਨ੍ਹਾਂ ਨੇ ਦਫ਼ਤਰ ਖੋਲ੍ਹੇ ਹੁੰਦੇ ਸੀਗੇ ਕਿ ਜੇ ਪਾਸਪੋਰਟ ਲੈਣਾ ਹੈ ਜਲਦੀ ਤੇ ਸਾਨੂੰ ਇੰਨੇ ਪੈਸੇ ਰਿਸ਼ਵਤ ਦੇ ਦਿਓ, ਭ੍ਰਿਸ਼ਟਾਚਾਰ ਦੇ ਦਿਓ ਤੇ ਫਿਰ ਅਸੀਂ ਪਾਸਪੋਰਟ ਜਿਹੜਾ ਤੁਹਾਨੂੰ ਦਿਆਂਗੇ, ਨਹੀਂ ਤੇ ਪਾਸਪੋਰਟ ਨਹੀਂ ਮਿਲੇਗਾ ਸੀ ਕਿ ਉਹਨੇ ਇੱਕ ਜੰਗ ਜਿੱਤ ਲਈ। ਅੱਜ ਪਾਸਪੋਰਟ ਦੀ ਪ੍ਰਕਿਰਿਆ ਇਹ ਦੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਜੀ ਔਰ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਨੇ ਇੰਨੀ ਆਸਾਨ ਕਰ ਦਿੱਤੀ ਹੈ। ਮੇਰੇ ਨਾਲ ਬਲਰਾਜ ਜੀ ਵੀ ਬੈਠੇ ਨੇ ਔਰ APO ਇਹਨਾਂ ਦੇ ਨਾਲ ਉਹ ਵੀ ਬੈਠੇ ਨੇ। ਸੋ ਉਸ ਹਿਸਾਬ ਦੇ ਨਾਲ ਅਫਸਰ ਸਾਹਿਬਾਨ ਸਾਰੇ ਜਿਹੜੇ ਨੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਕਿ ਪਾਸਪੋਰਟ ਦੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਹੈ ਔਰ ਪਾਸਪੋਰਟ ਜਿਹੜਾ ਹੈ ਉਹ ਅੱਜ ਦੀ ਡੇਟ ਵਿੱਚ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਤਾਂ ਪਾਸਪੋਰਟ ਦੇ ਕੇਂਦਰ ਬੜੇ ਵਧਾ ਦਿੱਤੇ, ਜਿਹੜੇ ਕਿ ਪਾਸਪੋਰਟ ਦਾ ਕੇਂਦਰ ਤੁਹਾਨੂੰ ਯਾਦ ਹੋਏਗਾ ਕੇਵਲ ਜਲੰਧਰ ਹੋਇਆ ਕਰਦਾ ਸੀ, ਜਲੰਧਰ ਤੋਂ ਪਹਿਲੇ ਵੀ ਕੇਵਲ ਚੰਡੀਗੜ੍ਹ ਹੋਇਆ ਕਰਦਾ ਸੀ। ਅੱਜ ਪਾਸਪੋਰਟ ਦੇ ਹਜ਼ਾਰਾਂ ਕੇਂਦਰ ਜਿਹੜੇ ਨੇ ਉਹ ਖੁੱਲ੍ਹ ਚੁੱਕੇ ਨੇ ਜਿੱਥੇ ਤੁਸੀਂ ਪਾਸਪੋਰਟ ਅਪਲਾਈ ਕਰ ਸਕਦੇ ਹੋ ਔਰ ਪਾਸਪੋਰਟ ਤੁਹਾਨੂੰ ਮਿਲ ਜਾਏਗਾ ਔਰ ਕੁਝ ਦਿਨਾਂ ਦੇ ਵਿੱਚ ਹੀ, ਹਫ਼ਤੇ ਦੇ ਵਿੱਚ ਵੀ ਪਾਸਪੋਰਟ ਮਿਲ ਜਾਂਦਾ, 5 ਦਿਨ ਦੇ ਵਿੱਚ ਵੀ ਪਾਸਪੋਰਟ ਮਿਲ ਜਾਂਦਾ। ਸੋ ਮੇਰੀ ਅੱਜ ਦੀ ਜੋ ਤੁਹਾਡੇ ਨਾਲ ਇਹ ਫੇਰੀ ਹੈ ਉਹ ਇਹ ਹੈ ਕਿ ਕਥਰੀ ਤੇ ਕਰਨੀ ਕਿ ਜੋ BJP ਹੈ ਕਿ ਉਹ BJP ਦਾ ਇੱਕੋ ਹੀ ਸਿਧਾਂਤ ਹੈ, BJP ਦੇ ਪ੍ਰਧਾਨ ਮੰਤਰੀ ਦਾ ਇੱਕੋ ਸਿਧਾਂਤ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਇਸ ਦੇਸ਼ 'ਚੋਂ ਖਤਮ ਕਰਨਾ ਹੈ। ਸੋ ਉਹਦੇ ਸਿਲਸਿਲੇ ਦੇ ਵਿੱਚ ਮੈਂ ਤੁਹਾਨੂੰ ਤੱਥਿਆਂ ਦੇ ਨਾਲ ਗੱਲ ਕਰਾਂਗਾ। ਇਹ ਗੱਲ ਕੇਵਲ ਭਾਸ਼ਣ ਦੀ ਨਹੀਂ ਮੈਂ ਕੀਤੀ, ਤੱਥ ਤੁਹਾਨੂੰ ਰਿਟਨ ਰੂਪ ਵਿੱਚ ਅਸੀਂ ਪਹੁੰਚਾ ਦਿਆਂਗੇ ਸਾਰੇ। ਕਿ ਪਹਿਲੇ ਕੀ ਸੀਗਾ ਕਿ ਪਾਸਪੋਰਟ ਜਿਹੜਾ ਹੈ ਨਾ ਹੁਣ ਤੁਸੀਂ ਕਿਤੇ ਵੀ ਆਵੇਦਨ ਕਰ ਸਕਦੇ ਹੋ। ਪਹਿਲੇ ਜਸਟ ਮਿੰਟ, ਹੁਣ ਤਤਕਾਲ ਯੋਜਨਾ ਵਿੱਚ ਜਿਹੜਾ ਪਾਸਪੋਰਟ ਤੁਹਾਨੂੰ ਤੁਰੰਤ ਮਿਲ ਜਾਂਦਾ ਹੈ ਉਹਦੇ ਵਿੱਚ ਕੇਵਲ 2 ਜਾਂ 3 ਦਾ ਸਮੇਂ ਲੱਗਦਾ ਦਿਨ ਦਾ। ਪੈਨ ਕਾਰਡ, ਵੋਟਰ ਕਾਰਡ, सार्वजनिक क्षेत्र के उपक्रमों, स्थानीय निकायों, सार्वजनिक कंपनी द्वारा फोटोयुक्त सरकारी पहचान पत्र, अनुसूचित जाति, जनजाति, अन्य पिछड़ा वर्ग का प्रमाण पत्र, हथियारी लाइसेंस, पेंशन दस्तावेज स्वयं रद्द ना किया हो, कोई भी तुसी डॉक्यूमेंट देंदे हैगे हो तो तुहानूं पासपोर्ट मिल जाता है। दूसरा ये पॉइंट है कि जिथे साडे अमृतसर जी 2 पासपोर्ट केंद्र ने, एक है रंजीत एवन्यू है, एक माल रोड ते है, 484 डाकखानिਆਂ ਦੇ ਵਿੱਚ ਪਾਸਪੋਰਟ ਦੀ ਸੁਵਿਧਾ ਜਿਹੜੀ ਹੈ ਸ਼ੁਰੂ ਕਰਤੀ ਹੈ। ਤੁਸੀਂ ਉੱਥੇ ਪਾਸਪੋਰਟ ਆਪਣਾ ਅਪਲਾਈ ਕਰ ਸਕਦੇ ਹੋ ਔਰ ਉਹ 484 ਦੇ ਵਿੱਚ ਜਿਹੜਾ ਅੰਮ੍ਰਿਤਸਰ ਵਿਭਾਗ ਦਾ ਡਾਕਖਾਨਾ ਆਉਂਦਾ ਹੈ ਉਹ ਡਾਕਖਾਨਾ ਜਿਹੜਾ ਹੈ ਉਹ ਫਿਰੋਜ਼ਪੁਰ ਦੇ ਵਿੱਚ ਹੈ। ਸੋ ਇਸ ਹਿਸਾਬ ਦੇ ਨਾਲ ਇਸ ਪ੍ਰਕਿਰਿਆ ਦਾ ਸਰਲੀਕਰਨ ਕੀਤਾ ਜਾ ਸਕਦਾ ਹੈ। ਅੱਛਾ, ਪਾਸਪੋਰਟ ਬਣਾਉਣ ਦੇ ਲਈ ਇੱਕ ਬੜੀ ਵੱਡੀ ਰੈਵੋਲੂਸ਼ਨ ਦਿੱਤੀ ਗਈ ਹੈ ਕਿ ਪਹਿਲੇ ਹੁੰਦਾ ਸੀ ਕਿ ਅੰਮ੍ਰਿਤਸਰ ਜੇ ਪਾਸਪੋਰਟ ਬਣਾਉਣਾ ਹੈ ਤਾਂ ਜਲੰਧਰ ਦੇ ਕਾਰਿਆਲੇ 'ਚ ਅਪਲਾਈ ਕਰੋਗੇ। ਹੁਣ ਕਿਤੇ ਵੀ ਤੁਸੀਂ ਆਵੇਦਨ ਕਰ ਸਕਦੇ ਹੋ। ਮਤਲਬ ਤੁਸੀਂ ਭਾਵੇਂ ਬੰਗਲੌਰ ਵਿੱਚ ਬੈਠੇ ਹੋਏ ਹੋ, ਤੁਸੀਂ ਭਾਵੇਂ ਕਲਕੱਤੇ ਵਿੱਚ ਬੈਠੇ ਹੋਏ ਹੋ, ਤੁਸੀਂ ਭਾਵੇਂ ਅਹਿਮਦਾਬਾਦ ਵਿੱਚ ਬੈਠੇ ਹੋਏ ਹੋ, ਤੁਸੀਂ ਭਾਵੇਂ ਦਿੱਲੀ 'ਚ ਬੈਠੇ ਹੋਏ ਹੋ, ਤੁਸੀਂ ਪਾਸਪੋਰਟ ਬਣਵਾਉਣਾ ਹੈ ਤੇ ਕਿਸੇ ਵੀ ਪਾਸਪੋਰਟ ਕੇਂਦਰ ਦੇ ਵਿੱਚ ਤੁਸੀਂ ਆਪਣਾ ਜਿਹੜਾ ਹੈਗਾ ਉਹ ਆਵੇਦਨ ਜਿਹੜਾ ਉਹ ਕਰ ਸਕਦੇ ਹੋ। ਮੈਰਿਜ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਪਲੱਸ ਪੁਆਇੰਟ ਹੈ ਕੀਤਾ, ਸਮਝਣ ਵਾਲੀ ਗੱਲ ਹੈ ਜੀ। ਪਹਿਲੇ ਕੀ ਸੀ ਕਿ ਇੱਕ ਕਪਲ ਜਿਹਦਾ ਡਿਵੋਰਸ ਦਾ ਕੇਸ ਚੱਲ ਜਾਂਦਾ ਸੀਗਾ ਉਹਨੂੰ ਪਾਸਪੋਰਟ ਨਹੀਂ ਸੀ ਮਿਲਦਾ। ਉਹਨੂੰ ਇਹ ਕਿਹਾ ਜਾਂਦਾ ਸੀ ਕਿ ਜਦੋਂ ਤੁਹਾਡਾ ਡਿਵੋਰਸ ਦਾ ਕੇਸ ਖਤਮ ਹੋਏਗਾ, ਜਿਸ ਵੇਲੇ ਡਿਵੋਰਸ ਜਿਹੜਾ ਹੈ ਤੁਹਾਡਾ ਔਨ ਲਿਸਟ ਹੋ ਜਾਏਗਾ, ਉਸ ਵੇਲੇ ਪਾਸਪੋਰਟ ਮਿਲੇਗਾ। ਹੁਣ ਪਾਸਪੋਰਟ ਇੱਕ ਇੰਨਾ ਜ਼ਰੂਰੀ ਡਾਕੂਮੈਂਟ ਹੈ ਕਿ ਜਿਹੜਾ ਕਿਸੇ ਨੂੰ ਕਿਸੇ ਲਈ ਵੀ ਜ਼ਰੂਰਤ ਪੈ ਸਕਦੀ ਹੈ। ਸੋ ਗਵਰਨਮੈਂਟ ਨੇ ਇਹਦਾ ਸਰਲੀਕਰਨ ਕਰਤਾ। ਹੁਣ ਐਸਾ ਕੁਛ ਨਹੀਂ ਹੈ। ਹੁਣ ਜੇ ਤੁਸੀਂ ਇਹ ਲਿਖ ਕੇ ਦੇ ਦਿਓ ਕਿ ਅਸੀਂ ਸੈਪਰੇਟਿਡ ਹਾਂ
ਸਾਡਾ ਡਿਵੋਰਸ ਕੇਸ ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਸੈਪਰੇਟਡ ਹੋਣ ਦੇ ਐਫੀਡੇਵਿਟ ਤੇ ਇੱਕ ਪੇਜ ਦੇ ਉੱਤੇ ਕਿ ਅਸੀਂ ਵੀ ਆਰ ਲਿਵਿੰਗ ਸੈਪਰੇਟਡ from each other and our divorce case is pending in the court, you will get the passport. ਇਹ ਮੈਂ ਵੀ ਕਈ ਵਾਰ ਦੇਖਿਆ ਕਿ ਮੇਰੇ ਕੋਲ ਕਪਲ ਆ ਜਾਂਦੇ ਸੀ ਹਸਬੈਂਡ ਵਾਈਫ ਦਾ, ਕਿਉਂਕਿ ਉਸ ਵੇਲੇ ਡਿਵੋਰਸ ਕੇਸ ਚੱਲ ਰਿਹਾ ਹੁੰਦਾ ਹੈ, ਆਪਸ ਵਿੱਚ ਇਕੱਠਤਾ ਹੁੰਦੀ ਹੈ, ਹਸਬੈਂਡ ਵਾਈਫ ਦਾ ਪਾਸਪੋਰਟ ਰੋਕ ਲੈਂਦਾ ਸੀ, ਵਾਈਫ ਹਸਬੈਂਡ ਦਾ ਪਾਸਪੋਰਟ ਰੋਕ ਲੈਂਦੀ ਸੀ, ਔਰ ਉਹਨਾਂ ਦੇ ਫਿਊਚਰ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਸੀ। ਸੋ ਇਹ ਸੁਵਿਧਾ ਜਿਹੜੀ ਹੈ ਇਹ ਗੌਰਮੈਂਟ ਨੇ ਬੜੀ ਵੱਡੀ ਸੁਵਿਧਾ ਜਿਹੜੀ ਹੈ ਦਿੱਤੀ ਹੈ। ਇਸ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਨੂੰ ਗਵਰਨਮੈਂਟ ਦੇ NOC ਦੀ ਲੋੜ ਹੁੰਦੀ ਸੀ, ਪਾਸਪੋਰਟ ਬਣਾਉਣ ਲਈ ਮਹੀਨੇ ਲੱਗ ਜਾਂਦੇ ਸੀ, ਸਰਕਾਰ ਦਾ NOC ਨਹੀਂ ਸੀ ਮਿਲਦਾ। ਸੋ ਹੁਣ ਉਹਦੇ ਲਈ ਐਨੈਕਸਚਰ H ਹੈ, ਇੱਕ ਇਮੀਡੀਏਟਲੀ ਮਿਲ ਜਾਂਦਾ ਹੈਗਾ ਐਨੈਕਸਚਰ H। ਤੇ ਉਹਦੇ ਨਾਲ ਐਨੈਕਸਚਰ H ਦਿਓ ਤੇ ਸਰਕਾਰੀ ਕਰਮਚਾਰੀ 4 ਦਿਨ ਦੇ ਵਿੱਚ ਆਪਣਾ ਪਾਸਪੋਰਟ ਜਿਹੜਾ ਉਹ ਬਣਵਾ ਸਕਦੇ ਨੇ। ਇੱਕ ਜਿਹੜਾ ਸੀਗਾ ਕਿ ਐਮਰਜੈਂਸੀ ਸਰਟੀਫਿਕੇਟ, ਕਿਸੇ ਵੇਲੇ ਹੁੰਦਾ ਕੀ ਹੈ ਸਾਡਾ ਪਾਸਪੋਰਟ ਗੁੰਮ ਹੋ ਜਾਂਦਾ, ਪਾਸਪੋਰਟ ਅਸੀਂ ਵਿਦੇਸ਼ ਵਿੱਚ ਬੈਠੇ ਆ, ਪਾਸਪੋਰਟ ਗੁੰਮ ਹੋ ਗਿਆ, ਹੁਣ ਵਾਪਸ ਕਿਸ ਤਰ੍ਹਾਂ ਆਉਣਾ ਹੈ, ਉਹਦੇ ਲਈ ਐਮਰਜੈਂਸੀ ਸਰਟੀਫਿਕੇਟ ਜਿਹੜਾ ਇੱਕ ਇਸ਼ੂ ਹੁੰਦਾ ਸੀ। ਪਹਿਲੇ ਐਮਰਜੈਂਸੀ ਸਰਟੀਫਿਕੇਟ ਦੀ ਜਿਹੜੀ ਵੈਧਤਾ ਸੀ ਜਿਹੜੀ ਉਹ 3 ਮਹੀਨੇ ਸੀ, ਸਾਡੀ ਸਰਕਾਰ ਨੇ ਉਸ ਐਮਰਜੈਂਸੀ ਸਰਟੀਫਿਕੇਟ ਦੀ ਵੈਧਤਾ ਜਿਹੜੀ ਆ ਉਹ 6 ਮਹੀਨੇ ਦੇ ਵਿੱਚ ਮਹੀਨੋਂ ਲੱਗ ਜਾਂਦੇ ਸੀ। ਕਿ ਜਦੋਂ ਤੁਸੀਂ ਜਾਂਦੇ ਸੀ ਕਿ ਆਪਣਾ ਪਾਸਪੋਰਟ ਮੈਨੂੰ ਚਾਹੀਦਾ ਹੈ ਤੇ ਉਹ ਕਹਿੰਦੇ ਸੀ ਜੀ ਪੁਲਿਸ ਇਨਕੁਆਰੀ ਨਹੀਂ ਆਈ, ਤੁਸੀਂ ਪੁਲਿਸ ਵਾਲੇ ਕੋਲ ਜਾਂਦੇ ਸੀ, ਉੱਥੇ ਜਾ ਕੇ ਸਿਫਾਰਸ਼ਾਂ ਪਾਉਣੀਆਂ ਪੈਂਦੀਆਂ ਸੀ ਕਿ ਸਾਡਾ ਜਿਹੜਾ ਹੈਗਾ ਇਹ ਸਰਟੀਫਿਕੇਟ ਜਿਹੜਾ ਹੈ ਉਹ ਦੇ ਦਿਓ। ਹੁਣ ਆਨਲਾਈਨ ਪ੍ਰੋਸੈਸ ਹੋ ਗਿਆ ਪੁਲਿਸ ਇਨਕੁਆਰੀ ਦਾ ਵੀ, ਕਿ ਤੁਸੀਂ ਤਤਕਾਲ ਵਿੱਚ ਵੀ ਅਦਰਵਾਈਜ਼ ਵੀ ਆਨਲਾਈਨ ਹੀ ਤੁਹਾਡੀ ਪੁਲਿਸ ਇਨਕੁਆਰੀ ਹੋ ਜਾਂਦੀ ਹੈ, ਡਿਟੇਲ ਜਿਹੜੀ ਹੈ ਬਾਅਦ ਵਿੱਚ ਹੁੰਦੀ ਰਹਿੰਦੀ ਹੈ। ਔਰ ਡਿਜੀਟਲ ਲੋਕਰ ਅੱਜ ਕੱਲ੍ਹ ਗਵਰਨਮੈਂਟ ਨੇ ਤੁਹਾਨੂੰ ਪਤਾ ਹੈ ਕਿ ਹਰ ਨਾਗਰਿਕ ਨੂੰ ਇਹ ਸੁਵਿਧਾ ਦੇ ਦਿੱਤੀ ਹੈ ਕਿ ਤੁਸੀਂ ਜਿੰਨੇ ਆਪਣੇ, ਇੱਕ ਤਾਂ ਲੋਕਰ ਹੁੰਦਾ ਨਾ ਜਿਹੜਾ ਅਸੀਂ ਬੈਂਕ 'ਚ ਲੋਕਰ ਲੈਂਦੇ ਹਾਂ ਜੀ, ਇੱਕ ਲੋਕਰ ਹੈ ਜਿਹੜਾ ਮੋਬਾਈਲ ਦਾ ਲੋਕਰ ਹੈ, ਉਹਨੂੰ ਅਸੀਂ ਡਿਜੀਟਲ ਲੋਕਰ ਕਹਿੰਦੇ ਹਾਂ। ਉਹ ਮੋਬਾਈਲ ਦੇ ਵਿੱਚ ਹੀ ਤੁਹਾਡਾ ਬੈਂਕ ਅਕਾਊਂਟ, ਤੁਹਾਡਾ ਪਾਸਪੋਰਟ ਨੰਬਰ, ਤੁਹਾਡਾ ਡਰਾਈਵਿੰਗ ਲਾਇਸੈਂਸ, ਤੁਹਾਡੇ ਪਰਟੀਕੂਲਰਸ, ਤੁਹਾਡਾ ਬਰਥ ਸਰਟੀਫਿਕੇਟ, ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਦੇ ਵਿੱਚ ਲਾਗੂ ਹੋ ਜਾਂਦੀਆਂ ਨੇ। ਸੋ ਉਹ ਵੀ ਸਰਲੀਕਰਨ ਕਰਤਾ ਗਿਆ ਕਿ ਜਿਨ੍ਹਾਂ ਕੋਲ ਡਿਜੀਟਲ ਲੋਕਰ ਹੈਗਾ ਉਹ ਸਾਰੀ ਜਿਹੜੀ ਜਾਣਕਾਰੀ ਹੈ ਪਾਸਪੋਰਟ ਆਫਿਸਰ ਡਿਜੀਟਲ ਲੋਕਰ ਤੋਂ ਉਹ ਜਾਣਕਾਰੀ ਲੈ ਲਏਗਾ। ਔਰ ਇੱਕ ਹੋਰ ਬੜੀ ਵੱਡੀ ਅੜਚਨ ਆਉਂਦੀ ਸੀ ਪਾਸਪੋਰਟ ਦੀ ਜਨਮ ਸਰਟੀਫਿਕੇਟ। ਸੋ ਜਨਮ ਸਰਟੀਫਿਕੇਟ ਜਿਹੜਾ ਸੀਗਾ ਉਹ ਕਈ ਤਰ੍ਹਾਂ ਦੇ ਮਤਲਬ ਉਹਦੇ ਲਈ ਇੱਕੋ ਡਾਕੂਮੈਂਟ ਸੀਗਾ ਤੁਹਾਡਾ ਮੈਟ੍ਰਿਕ ਦਾ ਸਰਟੀਫਿਕੇਟ। ਹੁਣ ਕਿਸੇ ਦਾ ਮੈਟ੍ਰਿਕ ਦਾ ਸਰਟੀਫਿਕੇਟ ਜਿਹੜਾ ਨਹੀਂ ਬਣਿਆ ਜਾਂ ਮੈਟ੍ਰਿਕ ਉਹਨੇ ਨਹੀਂ ਕੀਤੀ ਤਾਂ ਉਹਨੂੰ ਕਈ ਤਰ੍ਹਾਂ ਦੇ ਸਰਟੀਫਿਕੇਟ ਦੇਣੇ ਪੈਂਦੇ ਸੀ ਆਪਣਾ ਜਨਮ ਸਰਟੀਫਿਕੇਟ ਘੋਸ਼ਿਤ ਕਰਨ ਲਈ। ਸੋ ਉਹ ਪ੍ਰਕਿਰਿਆ ਦੇ ਵਿੱਚ ਲਗਭਗ 15 ਐਸੇ ਡਾਕੂਮੈਂਟ ਕਰਤੇ ਨੇ ਸਰਕਾਰ ਨੇ ਜਿਹੜੇ ਕਿ ਜਨਮ ਸਰਟੀਫਿਕੇਟ ਦੇ ਬਦਲੇ ਦਿੱਤੇ ਜਾ ਸਕਦੇ ਨੇ। ਕਿ ਤੁਸੀਂ ਬਾਧੇ ਨਹੀਂ ਹੈ ਕਿ ਜਨਮ ਸਰਟੀਫਿਕੇਟ ਦਿਓ, ਉਹ 15 ਡਾਕੂਮੈਂਟਾਂ ਜੋ ਕੋਈ ਵੀ ਡਾਕੂਮੈਂਟ ਤੁਸੀਂ ਦੇ ਦਿੰਦੇ ਹੋ ਤੁਹਾਡਾ ਜਨਮ ਦਾ ਸਰਟੀਫਿਕੇਟ ਹੀ ਮੰਨਿਆ ਜਾਏਗਾ। ਤਾਂ ਮੇਰੇ ਕਹਿਣ ਦਾ ਮਕਸਦ, ਮੇਰੇ ਕਹਿਣ ਦਾ ਮੰਤਵ ਇਹ ਹੈ ਕਿ ਇਹ ਸਰਕਾਰ ਲੋਕਾਂ ਦੀ ਸਰਕਾਰ ਹੈ, ਇਹ ਸਰਕਾਰ ਗਰੀਬ ਦੀ ਸਰਕਾਰ ਹੈ। ਮੋਦੀ ਸਰਕਾਰ ਆਮ ਆਦਮੀ ਦੀ ਸਰਕਾਰ ਹੈ। ਮੋਦੀ ਸਰਕਾਰ ਭ੍ਰਿਸ਼ਟਾਚਾਰ ਤੇ ਨਕੇਲ ਪਾਉਣ ਵਾਲੀ ਸਰਕਾਰ ਹੈ। ਔਰ ਉਹੀ ਕਾਰਨ ਹੈ ਕਿ ਅੱਜ ਦੁਬਾਰਾ ਬਹੁਮਤ ਦੇ ਨਾਲ, ਅੱਗੇ ਨਾਲੋਂ ਵੱਡੀ ਗਿਣਤੀ ਦੇ ਨਾਲ ਮੋਦੀ ਸਾਹਿਬ ਦੀ ਸਰਕਾਰ ਨੂੰ ਲੋਕਾਂ ਨੇ ਚੁਣਿਆ ਹੈਗਾ। ਔਰ ਅੱਜ ਇਹ ਸਰਕਾਰ ਸਫਲਤਾ ਦੇ ਨਾਲ ਚੱਲ ਰਹੀ ਹੈ। ਔਰ ਅੱਜ ਵੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਨੇ, ਜਿਹਦੇ ਟ੍ਰਿਪਲ ਤਲਾਕ ਦਾ ਤੁਸੀਂ ਦੇਖਿਆ ਬੜਾ ਮਹੱਤਵਪੂਰਨ ਕਾਨੂੰਨ ਲਿਆਂਦਾ ਗਿਆ। ਜਿਹੜਾ ਅਸੀਂ ਵਾਅਦਾ ਕੀਤਾ ਸੀ ਆਪਣੇ ਮੈਨੀਫੈਸਟੋ 'ਚ, ਅਸੀਂ ਵਾਅਦੇ ਕਾਂਗਰਸ ਦੀ ਤਰ੍ਹਾਂ ਕੇਵਲ ਸੱਤਾ ਲੈਣ ਲਈ ਨਹੀਂ ਕਰਦੇ, ਅਸੀਂ ਵਾਅਦੇ ਪੂਰੇ ਕਰਨ ਲਈ ਕਰਨੇ ਆ, ਵਚਨ ਕਰਨੇ ਆ। ਇਸੇ ਤਰ੍ਹਾਂ ਜਿਹੜਾ ਅਸੀਂ ਵਾਅਦਾ ਕੀਤਾ ਆਪਣਾ 370-35A ਦਾ ਕਿ ਕਸ਼ਮੀਰ ਨੂੰ ਅਸੀਂ ਭਾਰਤ ਦਾ ਅਭਿੰਨ ਅੰਗ ਜਿਹੜਾ ਹੈ ਉਹ ਬਣਾ ਦਿੱਤਾ ਹੈ। ਔਰ ਇਸੇ ਤਰ੍ਹਾਂ ਰਾਮ ਮੰਦਿਰ ਜਿਹੜਾ ਕਿ ਲੋਕ ਕਹਿੰਦੇ ਸੀ ਕਿ ਤੁਸੀਂ ਵਾਅਦਾ ਕਰਦੇ ਹੋ ਕਦੋਂ ਬਣੇਗਾ, ਅੱਜ ਰਾਮ ਮੰਦਿਰ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਸੋ ਇਹ ਵਾਅਦਿਆਂ ਨੂੰ ਪੂਰਾ ਕਰਨ ਵਾਲੀ ਸਰਕਾਰ ਹੈ। ਔਰ ਉਹ ਵਾਅਦੇ ਜਿਹੜੇ ਅੱਗੇ ਵੀ ਕੀਤੇ ਹੋਏ ਨੇ, ਨਿਰੰਤਰ ਹਰ ਸੈਸ਼ਨ ਵਿੱਚ ਕੋਈ ਨਾ ਕੋਈ 5, 7, 10, 15 ਬਿੱਲ ਐਸੇ ਆਉਂਦੇ ਨੇ ਜਿਹੜੇ ਕਿ ਸਰਕਾਰ ਦੇ ਵਾਅਦੇ ਹੁੰਦੇ ਨੇ ਉਹ ਪੂਰੇ ਕੀਤੇ ਜਾਂਦੇ ਨੇ। ਐਸਾ ਹੈ ਕਿ ਪੈਟਰੋਲ ਡੀਜ਼ਲ ਦੇ ਰੇਟ ਘਟਾਉਣ ਦਾ ਵਾਅਦਾ ਕਿਸੇ ਮੈਨੀਫੈਸਟੋ 'ਚ ਨਹੀਂ ਹੈ। ਪੈਟਰੋਲ ਡੀਜ਼ਲ, ਤੁਸੀਂ ਧਿਆਨ ਨਾਲ ਸੁਣੋ ਜੀ ਇਸ ਗੱਲ ਨੂੰ ਮੰਗਾ ਜੀ, ਪੈਟਰੋਲ ਡੀਜ਼ਲ ਦੇ ਰੇਟ ਆਟੋਨੋਮਸ ਕੰਪਨੀਜ਼ ਦੇ ਹੱਥ 'ਚ ਨੇ। ਹਿੰਦੁਸਤਾਨ ਪੈਟਰੋਲੀਅਮ, ਇੰਡੀਅਨ ਆਇਲ
ਜਾਂ ਜਿਹੜੀਆਂ ਵੀ ਭਾਰਤ ਪੈਟਰੋਲੀਅਮ ਦੀਆਂ ਕੰਪਨੀਆਂ ਨੇ ਉਹ ਆਪਣੇ ਰੇਟ ਆਪ ਨਿਰਧਾਰਿਤ ਕਰਦੀਆਂ ਨੇ। ਗਵਰਨਮੈਂਟ ਸਿਰਫ ਐਕਸਾਈਜ਼ ਡਿਊਟੀ ਜਿਹੜੀ ਹੈ ਉਹਦੇ ਵਿੱਚ ਭਾਈਵਾਲ ਹੈ, ਔਰ ਉਹਦੇ ਵਿੱਚ ਵੀ ਸਾਡੀ ਸਰਕਾਰ ਨੇ ਇਹ ਘੋਸ਼ਣਾ ਕੀਤੀ ਸੀਗੀ, ਇਹ ਬੇਨਤੀ ਕੀਤੀ ਸੀ ਸਾਰੀ ਸਟੇਟਾਂ ਨੂੰ ਕਿ ਪੈਟਰੋਲ ਦੇ ਰੇਟ ਘਟੇ ਰਹਿਣ। ਇਹਦੇ ਲਈ ਪੈਟਰੋਲ ਔਰ ਡੀਜ਼ਲ ਨੂੰ GST ਦੇ ਵਿੱਚ ਲੈ ਆਂਦਾ ਜਾਏ, ਜਿਹੜਾ ਕਿ ਮੈਨੂੰ ਲੱਗਦਾ ਹੈ ਕਿ ਜਲਦੀ ਹੀ ਸਟੇਟ ਸਰਕਾਰਾਂ ਇਹ ਜੋ ਅਰੁਣ ਜੇਤਲੀ ਜੀ ਨੇ ਬੇਨਤੀ ਕੀਤੀ ਸੀ ਇਹਨੂੰ ਪੈਟਰੋਲ ਡੀਜ਼ਲ ਜਿਹੜਾ ਹੈਗਾ ਉਹਨੂੰ GST 'ਚ ਲੈ ਆਉਣਗੇ। ਔਰ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ GST ਦੇ ਆਉਣ ਤੋਂ ਬਾਅਦ ਨਾ ਕੋਈ ਨਾਕਾ ਰਹਿ ਗਿਆ, ਨਾ ਕੋਈ ਅਵਰੋਧ ਰਹਿ ਗਿਆ, ਨਾ ਇੰਸਪੈਕਟਰੀ ਰਾਜ ਰਹਿ ਗਿਆ, ਨਾ ਕੋਈ ਆ ਕੇ ਤੰਗ ਕਰਦਾ ਹੈ। ਉਸੇ ਤਰ੍ਹਾਂ ਪੈਟਰੋਲ ਡੀਜ਼ਲ ਦੀ ਵੀ ਪ੍ਰਾਈਸਿਸ ਰੈਗੂਲਰਾਈਜ਼ ਹੋ ਜਾਣਗੇ। 2014 ਸਭ ਤੋਂ ਵੱਡਾ ਮੁੱਦਾ ਭਾਜਪਾ ਵੱਲੋਂ ਰੇਟ ਨੂੰ ਕੀਤਾ ਗਿਆ ਸੀ। ਐਸਾ ਹੈ ਕਿ ਮੈਨੀਫੈਸਟੋ ਦੀ ਮੈਂ ਗੱਲ ਕਰ ਰਿਹਾ ਜੀ। ਪੈਟਰੋਲ ਡੀਜ਼ਲ ਆਈ ਐਮ ਟਾਕਿੰਗ ਅਬਾਊਟ, ਜਿੱਥੋਂ ਤੱਕ ਮੇਰੀ ਨੌਲੇਜ ਹੈ ਪੈਟਰੋਲ ਡੀਜ਼ਲ ਤੇ ਕਿਸੇ ਸਰਕਾਰ ਨੇ ਕਦੀ ਵਾਅਦਾ ਨਹੀਂ ਕੀਤਾ। ਤੁਸੀਂ ਮੈਨੀਫੈਸਟੋ ਮੇਰੀ ਗੱਲ ਦੀਪਕ ਜੀ ਇੱਕ ਸੈਕਿੰਡ, ਪੈਟਰੋਲ ਡੀਜ਼ਲ ਦੀਆਂ ਪ੍ਰਾਈਸਿਸ ਕਾਂਗਰਸ ਰਾਜ 'ਚ ਵੀ ਵੇਰੀਏਬਲ ਰਹੀਆਂ ਨੇ, ਸਾਡੇ ਰਾਜ 'ਚ ਵੀ ਵੇਰੀਏਬਲ ਰਹੀਆਂ। ਜੇ ਪਿੱਛੇ ਪੈਟਰੋਲ ਡੀਜ਼ਲ ਦੀ ਪ੍ਰਾਈਸਿਸ ਵਧੀਆਂ ਸੀਗੀਆਂ ਤੇ ਪੈਟਰੋਲ ਡੀਜ਼ਲ ਦੀ ਪ੍ਰਾਈਸਿਸ ਤੁਰੰਤ ਘਟ ਕੇ ਅੱਧੀਆਂ ਵੀ ਰਹਿ ਗਈਆਂ ਸੀ। ਔਰ ਜਿਸ ਤਰ੍ਹਾਂ ਅਸੀਂ ਆਟੋਨੋਮਸ ਬਾਡੀਜ਼ ਦਿੱਤੀਆਂ ਹੋਈਆਂ ਨੇ, ਪ੍ਰਾਈਵੇਟ ਬਾਡੀਜ਼ ਚੱਲਦੀਆਂ ਨੇ, ਇਹ ਕੰਪਨੀਆਂ ਦਾ ਵਿਸ਼ੇ ਹੈ। ਕੰਪਨੀਆਂ ਜਿਹੜੀਆਂ ਨੇ ਉਸ ਸਮੇਂ ਤੇ ਪੈਟਰੋਲ ਡੀਜ਼ਲ ਵਧਾ ਵੀ ਦਿੰਦੀਆਂ ਨੇ, ਘਟਾ ਵੀ ਦਿੰਦੇ ਆ। ਦਿਸ ਇਜ਼ ਅ ਮੋਮੈਂਟਰਲੀ ਕੇਸ। ਰਾਹੁਲ ਗਾਂਧੀ ਤੋਂ ਮੈਂ ਪ੍ਰਸ਼ਨ ਕਰਾਂਗਾ ਕਿ ਰਾਹੁਲ ਗਾਂਧੀ ਐਫੀਡੇਵਿਟ ਦੇਵੇ, ਰਾਹੁਲ ਤੁਹਾਡੇ ਮਾਧਿਅਮ ਦੇ ਨਾਲ ਰਾਹੁਲ ਗਾਂਧੀ ਐਫੀਡੇਵਿਟ ਦੇ ਕਿ ਕਾਂਗਰਸ ਦੇ 70 ਸਾਲ ਦੇ ਕੁਸ਼ਾਸਨ ਦੇ ਵਿੱਚ ਪੈਟਰੋਲ ਡੀਜ਼ਲ ਦਾ ਇੱਕ ਰੇਟ ਰਿਹਾ ਸੀ ਕਿ ਰੇਟ ਨਹੀਂ ਸੀ ਵਧਿਆ। ਜੇ ਰਾਹੁਲ ਗਾਂਧੀ ਦੇ ਟਾਈਮ ਰੇਟ ਨਹੀਂ ਸੀ ਵਧਿਆ, ਜੇ ਉਹ ਐਫੀਡੇਵਿਟ ਦਿੰਦਾ ਤਾਂ ਮੈਂ ਜ਼ਰੂਰ ਜਵਾਬ ਦਿਆਂ। ਸਰ ਜਿਹੜੇ ਕੰਪਨੀਆਂ ਦੇ ਹੱਥ ਨੇ, ਪ੍ਰਾਈਵੇਟ ਕੰਪਨੀ ਤੁਸੀਂ ਕਹਿ ਰਹੇ ਹੋ, ਇਸ ਕਰਕੇ ਸਾਡਾ ਕੰਟਰੋਲ ਨਹੀਂ ਹੈ ਪੈਟਰੋਲ ਦੇ ਉੱਤੇ। ਜੀ ਤੇ ਕੱਲ ਨੂੰ ਜਿਹੜੇ ਕ੍ਰਿਸ਼ੀ ਕਾਨੂੰਨ ਬਣਦੇ ਜੋ ਪ੍ਰਾਈਵੇਟ ਕੰਪਨੀ ਉਹਦੇ ਵਿੱਚ ਐਂਟਰ ਕਰ ਜਾਂਦੀਆਂ ਕੀ ਨਹੀਂ, ਇਹ ਇੱਕ ਅਲੱਗ ਸੈਕਟਰ ਹੈ ਜੀ। ਨਾ ਇਹ ਕੁਐਸਚਨਾਂ ਦਾ ਕੋਈ ਆਪਸ ਵਿੱਚ ਮੇਲ ਨਹੀਂ ਹੈਗਾ, ਕਿਉਂਕਿ ਕ੍ਰਿਸ਼ੀ ਕਾਨੂੰਨਾਂ ਵਿੱਚ ਕਿਸਾਨ ਨੂੰ ਇੰਡੀਪੈਂਡੈਂਟ ਕੀਤਾ ਗਿਆ ਹੈ, ਕਿਸਾਨ ਨੂੰ ਅਧਿਕ ਤਾਕਤ ਦਿੱਤੀ ਗਈ ਹੈ। ਉੱਥੇ ਅਸੀਂ ਪੁਰਾਣੇ ਸਿਸਟਮ ਨੂੰ ਖਤਮ ਨਹੀਂ ਕੀਤਾ ਜੀ, ਉੱਥੇ ਨਵਾਂ ਸਿਸਟਮ ਦਿੱਤਾ ਹੈ। ਕਿਸਾਨ ਦੀ ਆਪਸ਼ਨ ਹੈ, ਜੋ ਆੜਤੀ ਕੋਲ ਜਾਣਾ ਚਾਹੁੰਦਾ ਹੈ ਉਹ ਆੜਤੀ ਕੋਲ ਜਾਏ, ਜੋ ਆੜਤੀ ਕੋਲ ਨਹੀਂ ਜਾਣਾ ਚਾਹੁੰਦਾ ਤੇ ਨਾ ਜਾਏ। ਉਹ ਆਈ ਟੈਲ ਯੂ ਜਸਟ ਅ ਮਿੰਟ ਜੀ, ਆਈ ਟੈਲ ਯੂ that is just an amendment, that is not a new act, that is the amendment to the old act ਕਿ ਅਸੀਂ ਉਹਦੇ ਵਿੱਚ। ਔਰ ਉਹੀ 2017 ਦਾ ਜਿਹੜਾ ਮੈਨੀਫੈਸਟੋ ਕਾਂਗਰਸ ਦਾ ਸੀ ਉਹਦੇ ਵਿੱਚ ਅਮਰਿੰਦਰ ਸਿੰਘ ਜੀ ਤੋਂ ਮੈਂ ਕੁਐਸਚਨ ਕਰਾਂਗਾ, ਕ੍ਰਿਸ਼ੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਸੀ ਮੈਨੀਫੈਸਟੋ ਦੇ ਵਿੱਚ। 2019 ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਮੈਨੀਫੈਸਟੋ ਆਇਆ ਲੋਕ ਸਭਾ ਦੇ ਵਿੱਚ, ਉਹਦੇ ਵਿੱਚ ਕ੍ਰਿਸ਼ੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ। ਸ਼ਰਦ ਪਵਾਰ ਜਿਹੜੇ ਕਾਂਗਰਸ ਦੇ ਕ੍ਰਿਸ਼ੀ ਮੰਤਰੀ ਸੀ, ਪਾਰਲੀਮੈਂਟ ਹੀ ਨਹੀਂ ਬੋਲ ਸਕੇ। ਜਦੋਂ ਸਾਡੇ ਵੱਲੋਂ, ਸਾਡੇ ਪਕਸ਼ ਤੋਂ ਇਹ ਪ੍ਰਸ਼ਨ ਜੋ ਮੈਂ ਤੁਹਾਨੂੰ ਦੱਸ ਰਿਹਾ ਵਾ, ਇਹ ਮੇਰੀ ਪ੍ਰੈਜ਼ੈਂਸ ਦੇ ਵਿੱਚ ਇਸ ਸੈਸ਼ਨ ਵਿੱਚ ਪਾਰਲੀਮੈਂਟ ਵਿੱਚ ਪ੍ਰਸ਼ਨ ਕੀਤੇ, ਜਿਸ ਵੇਲੇ ਕਿ ਕੀ ਉਸ ਵੇਲੇ ਕ੍ਰਿਸ਼ੀ ਮੰਤਰੀ ਔਰ ਪ੍ਰਧਾਨ ਮੰਤਰੀ ਜੀ ਨੇ ਕੀਤੇ ਕਿ ਜਿਹੜਾ ਸ਼ਰਦ ਪਵਾਰ ਜੀ ਵੀ ਸੀਗੇ। ਔਰ ਸਭ ਤੋਂ ਵੱਡਾ ਪ੍ਰਸ਼ਨ ਤੇ ਪ੍ਰਧਾਨ ਮੰਤਰੀ ਜੀ ਨੇ ਆਦਰਨੀय ਕਹਿ ਕੇ ਮਨਮੋਹਨ ਸਿੰਘ ਜੀ ਤੇ ਕੀਤਾ। ਮਨਮੋਹਨ ਸਿੰਘ ਜੀ ਉਸ ਦਿਨ ਹਾਊਸ ਵਿੱਚ ਪ੍ਰੈਜ਼ੈਂਟ ਸੀਗੇ। ਮੇਰਾ ਜੀ ਸਕੱਤਰ ਸਿੰਘ ਕੋਟਲਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਅਸੀਂ ਜੀ ਸਾਨੂੰ ਪਤਾ ਲੱਗਾ ਸੀ ਅੱਜ ਪਾਸਪੋਰਟ ਦਫ਼ਤਰ ਸਵੇਤ ਮਲਕ ਜੀ ਆ ਰਹੇ ਆ ਉਦਘਾਟਨ ਕਰਨ, ਤੇ ਅਸੀਂ ਉਹਨਾਂ ਦਾ ਇੱਕ ਸ਼ਾਂਤਮਈ ਵਿਰੋਧ ਕਰਨ ਆਏ ਆ। ਕਾਲੇ ਕਾਨੂੰਨਾਂ ਕਰਕੇ ਆਏ ਆ, ਕਿਉਂਕਿ ਕਾਲੇ ਕਾਨੂੰਨ ਜਿਹੜੇ ਮੌਤ ਦੇ ਵਾਰੰਟ ਆ, ਜੇ ਕਾਨੂੰਨ ਲਾਗੂ ਹੋ ਗਏ ਤੇ ਪੰਜਾਬ ਦਾ ਕਿਸਾਨ ਤੇ ਜਾਣਾ ਹੀ ਜਾਣਾ, ਨਾਲ ਜੋ ਰੇੜੀ ਫੜੀ ਵਾਲਾ ਦੁਕਾਨਦਾਰ ਵੀ ਮਰ ਜਾਣਾ। ਕਿਉਂਕਿ ਤੁਸੀਂ ਅੱਜ ਵੇਖ ਲਓ ਡੀਜ਼ਲ ਦਾ ਤੇਲ ਕਿੱਥੇ ਚਲੇ ਗਿਆ। ਜਦੋਂ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਤੇਲ 140 ਰੁਪਏ ਡਾਲਰ ਸੀ, ਉਦੋਂ ਡੀਜ਼ਲ 40 ਰੁਪਏ ਤੇ ਅੱਜ 70 ਰੁਪਏ ਬੈਰਲ ਦਾ ਤੇਲ $1 ਦਾ ਆ ਰਿਹਾ। ਤੇ ਅੱਜ ਜਿਹੜਾ ਤੇਲ ਆ ਉਹ 85 ਰੁਪਏ ਡੀਜ਼ਲ ਤੇ 100 ਰੁਪਏ ਨੂੰ ਲਾਗੇ ਬੰਨ ਪੈਟਰੋਲ ਪਹੁੰਚਣ ਵਾਲਾ। ਇਸੇ ਤਰ੍ਹਾਂ ਜਦੋਂ ਇਹ ਕਾਨੂੰਨ ਲਾਗੂ ਹੋ ਗਏ ਤੇ ਜਿਹੜਾ ਕਣਕ ਝੋਨਾ ਆ, ਚਾਹੇ ਕੋਈ ਵੀ ਚੀਜ਼ ਆ, ਉਹ ਜਦੋਂ ਕਾਰਪੋਰੇਟ ਘਰਾਣੇ ਦੇ ਹੱਕ 'ਚ ਆ ਗਈ ਤਾਂ ਉਹ ਵੀ ਬਹੁਤ ਮਹਿੰਗੀ ਹੋ ਜੂਗੀ ਜੀ। ਗੱਡੀਆਂ ਨੂੰ ਰੋਕ ਕੇ ਨਹੀਂ ਜੀ, ਗੱਡੀਆਂ ਨੇ ਮਗਰ ਨਾ ਸੀ ਭੱਜੇ ਆ। ਸਾਡਾ ਇਹ ਵੀ ਇੱਕ ਸ਼ਾਂਤਮਈ ਗਾੜੀ ਖਲੋ ਕੇ ਤੇ ਵਿਰੋਧ ਕਰਨਾ, ਪੀਸਫੁਲੀ ਵਿਰੋਧ ਕਰਨਾ ਹੀ। ਨਾ ਕੋਈ ਸਾਡਾ ਗੱਡੀ ਨਾ ਕੋਈ ਸਾਡਾ ਸਵੇਤ ਮਲਕ, ਨਾ ਕੋਈ ਸਾਡਾ ਨਿੱਜੀ ਨਹੀਂ ਹੈਗਾ। ਸਾਡਾ ਤਾਂ ਇੱਕ ਸਰਕਾਰ ਦੇ ਹੀ ਕਹਿੰਦੇ ਵੀ ਤੁਸੀਂ ਸਵੇਤ ਮਲਕ ਜੀ ਪੰਜਾਬ ਦੇ ਜੰਪਲ ਜੋ, ਪੰਜਾਬ ਦੇ ਨੁਮਾਇੰਦੇ, ਪੰਜਾਬ ਦਾ ਖਾਨ ਦੇ, ਪੰਜਾਬ ਦਾ ਪਹਿਣ ਜੇ, ਤੁਸੀਂ ਵੀ ਸਾਡੇ ਨਾਲ ਵਿਰੋਧ ਕਰੋ ਤੇ ਤਾਂ ਕਰਕੇ ਜਿਹੜੀ ਸਰਕਾਰ ਤੱਕ ਜਿਹੜੀ ਗੱਲ ਸਾਡੀ ਪਹੁੰਚ ਸਕੇ। ਠੀਕ ਹੈ ਜੀ। आपके साथ आए हुए सभी अतिथिगण
फोर्थ पिलर ऑफ द डेमोक्रेसी यानी मीडिया की तरफ से आए हुए सभी मेरे बुद्धिजीवी साथियों, मैं वेद प्रकाश सीनियर सुपरिंटेंडेंट पासपोर्ट ऑफिस अमृतसर की तरफ से आप सब लोगों को नमस्कार करता हूं, आप लोगों का हार्दिक अभिनंदन करता हूं। आज पासपोर्ट ऑफिस अमृतसर बहुत ही गर्व और खुशी महसूस कर रहा है कि हमारे एमपी साहब जिन्होंने अपना कीमती समय निकाल कर यहाँ पर आए, उसके लिए आपका बहुत बहुत धन्यवाद। जाहिर सी बात है कि उनका उद्देश्य यहाँ पर आने का आप लोगों को 10 मिनट में पता चल जाएगा। लोगों की भलाई के लिए जो कुछ भी वो सुझाव हमसे देंगे, जो कुछ गाइडलाइंस देंगे, वो हम स्वीकार करेंगे। आप लोग सभी बधाई के पात्र हो कि आप लोगों को भी मौका मिला है हमारे एमपी साहब से रूबरू होने का। आपकी जो ये शख्सियत है, आपकी जो ये डायनेमिक पर्सनैलिटी है, आपकी जो एजुकेशन जो आपने जापान से ली, आपने थापर यूनिवर्सिटी से ली, आपका जो बरसों का एक्सपीरियंस जो आपने पॉलिटिकल फील्ड से लिया, मुझे नहीं लगता कि आपको किसी नाम और किसी प्रशंसा की ज़रूरत है, लेकिन फिर भी मेरी ये गुजारिश। ਸੁਖਜਿੰਦਰ ਸਿੰਘ। ਹਾਂਜੀ, ਅੱਜ ਜਿਹੜਾ ਵਿਰੋਧ ਕੀਤਾ ਗਿਆ ਕਿਸ ਤਰ੍ਹਾਂ ਜਾਂਦੇ ਹੋ? ਅਸੀਂ ਜੀ ਸਾਡਾ ਵਿਰੋਧ ਇਹਨਾਂ ਨਾਲ ਇਹੋ ਹੀ ਆ ਵੀ ਸਾਡੀ ਜਿਹੜਾ ਵੀ ਇਹ ਤਿੰਨੇ ਕਾਲੇ ਕਾਨੂੰਨ ਨੇ ਉਹ ਰੱਦ ਕਰਨ, ਤੇ ਸਾਡਾ ਇਹਨਾਂ ਨਾਲ ਕੋਈ ਵਿਰੋਧ ਨਹੀਂ। ਸਾਡਾ ਵਿਰੋਧ ਤੇ ਸਿਰਫ ਇਹੋ ਹੀ ਆ ਵੀ ਸਾਡੇ ਜਿੰਨਾ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਉਹਨਾਂ ਚਿਰ ਅਸੀਂ ਜਿੰਨੇ ਵੀ ਬੀਜੇਪੀ ਦੇ ਲੀਡਰ ਹਾਂਜੀ ਅਸੀਂ ਰਣਜੀਤ ਐਵਨਿਊ ਪਾਸਪੋਰਟ ਦਫ਼ਤਰ ਪਹੁੰਚ ਕੇ ਜੀ ਇਹਨਾਂ ਦਾ ਪੂਰਾ ਵਿਰੋਧ ਕਰ ਰਹੇ ਹਾਂ। ਤੇ ਬਾਕੀ ਗੱਡੀਆਂ ਨੂੰ ਭਜਾਇਆ ਗਿਆ ਜੀ? ਨਹੀਂ ਜੀ ਬਿਲਕੁਲ ਨਹੀਂ, ਗੱਡੀ ਨੂੰ ਕੋਈ ਨਹੀਂ। ਅਸੀਂ ਤਾਂ ਅੱਗੇ ਹੋ ਕੇ ਮਾੜਾ ਰੋਸ ਹੀ ਉਹਨਾਂ ਨਾਲ ਯਾਰ ਕਰਨਾ ਹੈ। ਸਾਡਾ ਉਹਨਾਂ ਨਾਲ ਕੋਈ ਜਾਤੀ ਦੁਸ਼ਮਣੀ ਥੋੜੀ ਹੈ। ਸਾਡਾ ਤੇ ਇੱਕ ਇਹ ਆ ਵੀ ਸਾਡੇ ਆਵਾਜ਼ ਪਹੁੰਚਾਉਣ, ਉਹ ਪੰਜਾਬ ਦੇ ਲੀਡਰ ਹੋਣ ਕਰਕੇ ਉਹਨਾਂ ਦੀ ਦਿੱਲੀ ਸੁਣੀ ਦੀ ਆ, ਉਹ ਆਪਣੀ ਆਵਾਜ਼ ਪਹੁੰਚਾਉਣ। ਕਿਸਾਨ ਆਪਣੇ ਹੱਕਾਂ ਲਈ ਇੱਥੇ ਆਪਣੀ ਜਾਨਾਂ ਵੀ ਗਵਾ ਚੁੱਕੇ ਨੇ। ਦੇਖੋ ਜੀ, ਇਹ ਬੀਜੇਪੀ ਨੇ ਇੰਨੀ ਵਾਰ ਸੰਸਦ 'ਚ ਹੋਇਆ, ਹਰ ਥਾਂ ਹੀ ਪ੍ਰੋਗਰਾਮ ਇਹਨਾਂ ਦਾ ਚੱਲਦਾ। ਬੀਜੇਪੀ ਦੇ ਕਿਸੇ ਵੀ ਲੀਡਰ ਨੇ ਜਿਹੜੇ ਵੀ ਸਾਡੇ ਕਿਸਾਨ ਵੀਰ ਅੱਜ ਤੱਕ 250 ਦੇ ਕਰੀਬ ਸ਼ਹਾਦਤਾਂ ਦੇ ਚੁੱਕੇ ਨੇ, ਉਹਨਾਂ ਵਾਸਤੇ ਇੱਕ ਵੀ ਸ਼ਬਦ ਨਹੀਂ ਬੋਲਿਆ ਜਾਂ ਮਾੜੀ ਹੋਈ ਜਾਂ ਕੋਈ ਵੀ ਗੱਲ। ਪਰ ਇਹ ਆ ਵੀ ਅਸੀਂ ਇਹਨਾਂ ਦਾ ਜਿਹੜਾ ਵਾ ਸ਼ਾਂਤਮਈ ਤਰੀਕੇ ਨਾਲ ਪੂਰਾ ਜ਼ੋਰ ਇਹਨਾਂ ਦਾ ਵਿਰੋਧ ਕਰਦੇ ਰਹਾਂਗੇ ਜਿੰਨਾ ਚਿਰ ਸਾਡੇ ਕਾਲੇ ਕਾਨੂੰਨ ਰੱਦ ਨਹੀਂ ਕਰਦੇ। ਦੇਖੋ ਜੀ, ਇਹ ਤਾਂ ਹੁਣ ਉਹਨਾਂ ਦੀ ਸੋਚ ਆ ਨਾ, ਉਹਨਾਂ ਨੇ ਕੀ ਕਹਿਣਾ ਤੇ ਕੀ ਮਿਲਣਾ ਜਾਂ ਨਹੀਂ ਮਿਲਣਾ, ਉਹ ਤਾਂ ਉਹਨਾਂ ਦੀ ਮਰਜ਼ੀ ਆ। ਅਸੀਂ ਤਾਂ ਸ਼ਾਂਤਮਈ ਪ੍ਰੋਟੈਸਟ ਕਰਦੇ ਹਾਂ, ਸ਼ਾਂਤਮਈ ਰਹਾਂਗੇ ਤੇ ਸ਼ਾਂਤਮਈ ਰਹਿ ਕੇ ਹੀ ਆਪਣੀ ਲੜਾਈ ਲੜਾਂਗੇ। Press the bell icon for news updates.